ਸਤਿ ਸ੍ਰੀ ਅਕਾਲ ਬੇਟਾ ਜੀ। ਅੱਜ ਅਸੀਂ ਡਿਸਕਸ ਕਰਾਂਗੇ ਕਲਾਸੀਫਿਕੇਸ਼ਨ ਆਫ ਸਾਲਟਸ। ਜਿਹੜੇ ਵੀ ਲੂਣ ਹਨ, ਸਾਲਟਸ ਹਨ, ਉਹ ਕਿੰਨੇ ਟਾਈਪ ਦੇ ਹੁੰਦੇ ਨੇ। ਮੇਨਲੀ ਇਹ ਤਿੰਨ ਟਾਈਪ ਦੇ ਹੁੰਦੇ ਨੇ: ਬੇਸਿਕ ਸਾਲਟ, ਐਸਿਡਿਕ ਸਾਲਟ ਤੇ ਨਿਊਟਰਲ ਸਾਲਟ। ਹੁਣ ਅਸੀਂ ਪਿਛਲੇ ਵੀਡੀਓ 'ਚ ਵੇਖਿਆ ਸੀ, ਕੋਈ ਵੀ ਬੇਸ ਐਸਿਡ ਨਾਲ ਰਿਐਕਟ ਕਰਦਾ ਹੈ ਤਾਂ ਸਾਲਟ ਜਮਾ ਪਾਣੀ ਬਣਾਉਂਦਾ ਹੈ, ਜਾਂ ਸਾਲਟ ਪਲੱਸ ਵਾਟਰ ਪ੍ਰੋਡਿਊਸ ਹੁੰਦਾ ਹੈ। ਇਸ ਰਿਐਕਸ਼ਨ ਦਾ ਨਾਮ ਜਿਹੜਾ ਹੈਗਾ ਉਹ ਹੈਗਾ ਨਿਊਟਰਲਾਈਜੇਸ਼ਨ ਰਿਐਕਸ਼ਨ। यानी कि एसिड प्लस बेसिस सॉल्ट बनाएगा ਤੇ ਵਾਟਰ ਬਣਾਏਗਾ। ਵਾਟਰ ਮਤਲਬ H2O ਤੇ ਸਾਲਟ ਬਣੇਗਾ ਐਸਿਡ ਦੇ ਬੇਸ ਦੇ ਨਾਲ। ਹੁਣ ਜਿਹੜੀ ਟਾਈਪ ਹੋਏਗੀ ਉਹ ਇਹਨਾਂ ਤੇ ਹੀ ਡਿਪੈਂਡ ਕਰੇਗੀ ਕਿ ਐਸਿਡ ਬੇਸ ਜਿਹੜੇ ਮਿਲ ਕੇ ਸਾਲਟ ਬਣਾ ਰਹੇ ਨੇ ਉਹ ਕਿੱਦਾਂ ਦੇ ਸੀਗੇ। ਕਿਆ ਉਹ ਸਟਰੋਂਗ ਸੀਗੇ, ਕਿਆ ਉਹ ਵੀਕ ਸੀਗੇ। आओ एक एग्जाम्पल नाल समझिए। जिद्दां समझ लो एक ए परसन है, एक बी परसन है। हुण ए बहुत ही स्ट्रोंग है ते बी इत्थे पहले एग्जाम्पल च बहुत कमज़ोर है। इत्थे देखो सैकंड एग्जाम्पल च ए कमज़ोर हो गया ते बी बहुत स्ट्रोंग है। ते तीजे एग्जाम्पल च ए ते बी दोनों ही स्ट्रोंग ने। ਹੁਣ ਦੇਖੋ, ਜੇ ਇਹਨਾਂ ਦੋਨਾਂ ਦੀ ਲੜਾਈ ਹੋ ਜਾਏ ਕੌਣ ਜਿੱਤੇਗਾ, ਕੌਣ ਨਿਊਟਰਲ ਕਰੇਗਾ, ਕਿਹਦੀ ਪਾਵਰ ਰਹਿ ਜਾਏਗੀ। ਤੁਸੀਂ ਕਹੋਗੇ ਇਹ ਜ਼ਿਆਦਾ ਸ਼ਕਤੀਸ਼ਾਲੀ ਹੈ, ਇਹਨੇ ਜਿੱਤ ਜਾਣਾ। ਸੈਕੰਡ ਐਗਜ਼ਾਮਪਲ 'ਚ ਕੌਣ ਜਿੱਤੇਗਾ, ਬੀ ਜਿੱਤ ਜਾਵੇਗਾ। ਤੇ ਥਰਡ 'ਚ ਕੀ ਹੋਏਗਾ, ਇਹ ਤਾਂ ਦੋਨੋਂ ਬਰਾਬਰ ਸ਼ਕਤੀ ਦੇ ਹੈਗੇ, ਦੋਨੋਂ ਹੀ ਸ਼ਕਤੀਸ਼ਾਲੀ ਹਨ। ਤਾਂ ਇੱਥੇ ਕੀ ਹੋਏਗਾ, ਇਹਨਾਂ ਨੇ ਇੱਕ ਦੂਜੇ ਨੂੰ ਨਿਊਟਰਲ ਕਰ ਦੇਣਾ। ਕਹਿਣ ਦਾ ਭਾਵ ਜਿਹੜਾ ਏ ਬੀ ਹੈਗਾ ਉਹ ਕੁਝ ਨਹੀਂ, ਐਸਿਡਸ ਦੇ ਬੇਸ ਹਨ। ਯਾਨੀ ਕਿ ਐਸਿਡ ਜੇ ਸਟਰੋਂਗ ਹੋਏਗਾ, ਜੇ ਕਮਜ਼ੋਰ ਬੇਸ ਨਾਲ ਮਿਲੇਗਾ ਤਾਂ ਜਿਹੜੀ ਸਾਲਟ ਬਣੇਗਾ ਉਹ ਐਸਿਡਿਕ ਸਾਲਟ ਹੋਏਗਾ। ਕਿਉਂ? ਸ਼ਕਤੀ ਇਹਦੀ ਜ਼ਿਆਦਾ ਸੀਗੀ। ਸੈਕੰਡ ਐਗਜ਼ਾਮਪਲ ਨੂੰ ਰੀਡ ਕਰੋ। ਹੁਣ ਇਹ ਵੀਕ ਐਸਿਡ ਹੈ, ਇਹ ਜਦੋਂ ਸਟਰੋਂਗ ਬੇਸ ਨਾਲ ਮਿਲ ਕੇ ਸਾਲਟ ਬਣਾਏਗਾ, ਜਿਹੜਾ ਸਾਲਟ ਬਣੇਗਾ ਉਹ ਬੇਸਿਕ ਸਾਲਟ ਹੋਏਗਾ। ਯਾਨੀ ਕਿ ਉਹਦੇ 'ਚ ਜਿਹੜੀ ਕੁਆਲਿਟੀ ਰਹਿ ਜਾਏਗੀ ਉਹ ਇੱਕ ਬੇਸ ਦੀ ਰਹਿ ਜਾਏਗੀ, ਕਿਉਂਕਿ ਬੇਸ ਜਿਹੜਾ ਸੀਗਾ ਉਹ ਸ਼ਕਤੀਸ਼ਾਲੀ ਸੀਗਾ। ਤੇ ਜਦੋਂ ਥਰਡ ਐਗਜ਼ਾਮਪਲ 'ਚ ਆਓ, ਜਦੋਂ ਦੋਨੋਂ ਸ਼ਕਤੀਸ਼ਾਲੀ ਹੋਣਗੇ, ਯਾਨੀ ਕਿ ਐਸਿਡ ਵੀ ਤੁਹਾਡਾ ਸਟਰੋਂਗ ਹੈ ਤੇ ਬੇਸ ਵੀ ਤੁਹਾਡਾ ਸਟਰੋਂਗ ਹੈ, ਤਾਂ ਜਿਹੜਾ ਸਾਲਟ ਬਣਨਾ ਉਹ ਨਾ ਤਾਂ ਐਸਿਡ ਹੋਣਾ ਨਾ ਬੇਸਿਕ ਹੋਣਾ, ਉਹ ਨਿਊਟਰਲ ਸਾਲਟ ਹੋਏਗਾ। ਕਿਹੜਾ ਐਗਜ਼ਾਮਪਲ ਹੈ ਨਿਊਟਰਲ ਸਾਲਟ ਦਾ? NaCl, ਜਿਹੜਾ ਸਾਡਾ ਸਧਾਰਨ ਨਮਕ ਹੁੰਦਾ ਹੈ। ਹੁਣ ਇਹਦੀ ਥਾਂ ਤੇ ਜੇ ਅਸੀਂ ਇਦਾਂ ਡਿਫਰੈਂਟ ਐਸਿਡਸ ਤੇ ਬੇਸਿਸ ਨੂੰ ਲਿਖ ਲਈਏ। ਹੁਣ ਪਹਿਲੇ ਐਗਜ਼ਾਮਪਲ 'ਚ ਦੇਖੋ, ਇਹ ਐਸਿਡ ਹੈ, ਉਹੀ A ਜਿਹੜਾ ਜ਼ਿਆਦਾ ਸਟਰੋਂਗ ਹੈ। ਇਹ ਜਿਹੜੀ ਮੈਂ ਲਾਈਨਾਂ ਲਾਈਆਂ ਇਹਦੇ ਕਰਕੇ ਸ਼ੋਅ ਕਰਨ ਵਾਸਤੇ ਕਿ ਇੱਕ ਸਟਰੋਂਗ ਐਸਿਡ ਹੈ ਤੇ ਇਹ ਅਮੋਨੀਅਮ ਹਾਈਡਰੋਕਸਾਈਡ ਹੈ, ਇਹ ਵੀਕ ਇੱਕ ਬੇਸ ਹੈ। ਦੱਸੋ ਕਿਹੜਾ ਸਾਲਟ ਬਣੇਗਾ, ਐਸਿਡਿਕ ਜਾਂ ਬੇਸਿਕ? ਐਸਿਡਿਕ, ਕਿਉਂਕਿ ਜਿਹੜਾ ਮਿਲ ਰਿਹਾ ਹੈ ਸਾਲਟ ਉਹ ਜ਼ਿਆਦਾ ਸ਼ਕਤੀਸ਼ਾਲੀ ਹੈ। ਇੱਥੇ ਮੈਂ ਇੱਕ ਵੀਕ ਐਸਿਡ ਲਿਆ ਹੋਇਆ ਹੈ, ਇਹਦਾ ਨਾਮ ਹੁੰਦਾ ਹੈ ਐਸਿਟਿਕ ਐਸਿਡ। ਯਾਦ ਰੱਖਣਾ, ਐਸਿਟਿਕ ਐਸਿਡ ਜਿਹਦੇ 'ਚ 2 C ਹੋਣ, ਤਾਂ ਹੀ ਕਰਕੇ ਇਹਦਾ ਫਾਰਮੂਲਾ ਜਿਹੜਾ ਹੋਏਗਾ ਉਹਦੇ 'ਚ ਵੀ 2 C ਹੋਣਗੇ, CH3COOH। ਇਹ ਜਦੋਂ ਸਟਰੋਂਗ ਬੇਸ ਨਾਲ ਮਿਲੇਗਾ ਹੁਣ ਸਾਲਟ ਬਣੇਗਾ ਬੇਸਿਕ ਸਾਲਟ ਬਣੇਗਾ। ਉਹਦੀ ਜਿਹੜੀ ਪ੍ਰੋਪਰਟੀਜ਼ ਹੋਣਗੀਆਂ ਉਹ ਬੇਸ ਵਰਗੀਆਂ ਹੋਣਗੀਆਂ। ਹੁਣ ਦੇਖੋ ਲਾਸਟ ਜਿਹੜਾ ਅਸੀਂ ਕੀਤਾ ਸੀ, ਜਦੋਂ ਨਿਊਟਰਲ ਕਰ ਦਿੰਦਾ ਹੈ, ਦੋਨੋਂ ਸ਼ਕਤੀਸ਼ਾਲੀ ਹੁੰਦੇ ਨੇ, ਯਾਨੀ ਕਿ ਐਸਿਡ ਵੀ ਸ਼ਕਤੀਸ਼ਾਲੀ HCl ਹਾਈਡਰੋਕਲੋਰਿਕ ਐਸਿਡ ਤੇ ਸੋਡੀਅਮ ਹਾਈਡਰੋਕਸਾਈਡ ਬੇਸ ਵੀ ਜਿਹੜਾ ਹੈਗਾ ਸਟਰੋਂਗ ਹੈਗਾ, ਸ਼ਕਤੀਸ਼ਾਲੀ ਹੈਗਾ। ਇਹਨਾਂ ਨੇ ਨਿਊਟਰਲ ਸਾਲਟ ਬਣਾਉਣਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇੱਥੇ ਇਹਨਾਂ ਦੇ ਪ੍ਰੋਡਕਟ ਕੀ ਬਣਨਗੇ? ਹੁਣ ਦੇਖੋ ਇੱਥੇ ਅਸੀਂ ਇਸ ਸਾਈਡ ਕੀ ਹਨ, ਸਾਰੇ ਐਸਿਡਸ ਹਨ, ਇਸ ਸਾਈਡ ਕਿਹੜਾ ਹੈਗਾ ਬੇਸਿਸ ਹਨ। ਬਣਨਾ ਕੀ ਹੈ, ਇੱਕ ਸਾਲਟ ਬਣੇਗਾ ਤੇ ਨਾਲ ਵਾਟਰ ਬਣੇਗਾ, ਯਾਨੀ ਕਿ H2O ਬਣੇਗਾ। ਹੁਣ ਨੋਟ ਡਾਊਨ ਕਰੀ ਜਾਈਏ ਹਰ ਰਿਐਕਸ਼ਨ 'ਚ। ਇੱਥੇ ਸਟਰੋਂਗ ਐਸਿਡ ਨਾਲ ਮਿਲ ਰਿਹਾ ਹੈ ਇੱਕ ਵੀਕ ਬੇਸ, ਅਮੋਨੀਅਮ ਹਾਈਡਰੋਕਸਾਈਡ ਇੱਕ ਵੀਕ ਬੇਸ ਹੈ। ਪਾਣੀ ਤਾਂ ਤੁਹਾਨੂੰ ਸਾਹਮਣੇ ਦਿਸ ਰਿਹਾ ਹੋਣਾ H2O, OH ਤੇ H ਮਿਲ ਕੇ ਕੀ ਹੋ ਜਾਏਗਾ, H2O। ਹੁਣ ਰਹਿ ਕੀ ਗਿਆ, NH4 ਰਹਿ ਗਿਆ ਤੇ Cl। ਇਹਨੂੰ ਕਹਿੰਦੇ ਨੇ ਅਮੋਨੀਅਮ ਕਲੋਰਾਈਡ।
ਇਹਦੀ ਨੇਚਰ ਕੀ ਹੋਏਗੀ ਦੱਸੋ? ਐਸਿਡਿਕ ਹੋਵੇਗਾ। ਇੱਥੇ ਲਿਖ ਲਈਏ, ਇਟ ਵਿਲ ਬੀ ਐਸਿਡਿਕ ਸੌਲਟ। ਹੁਣ ਨੈਕਸਟ ਦੇਖੋ, ਇੱਥੇ ਵੀ ਪਾਣੀ ਕੱਢ ਲੈਂਦੇ ਆ, प्लस H2O तो निकलना ही है, रह की जाना है एसिटिक एसिड तो CH3COO ले लो, ते सोडियम हाइड्रोक्साइड तो Na, ये बन जाएगा फॉर्मूला CH3COO ये एसिटिक एसिड तो आया, इनू कहांगे सोडियम एसीटेट। की नेचर होएगी दी, की चीज स्ट्रोंग है? बेस स्ट्रोंग है, तो इनू कहांगे ये बनया साडा बेसिक सॉल्ट। ਹੁਣ ਜਦੋਂ ਦੋਨੋਂ ਚੀਜ਼ਾਂ ਸਟਰੋਂਗ ਹੋਈਆਂ, ਪਾਣੀ ਤਾਂ ਕੱਢ ਹੀ ਲਈਏ, ਇਹ ਵੇਖੋ H2O ਤਾਂ ਨਿਕਲ ਗਿਆ, ਕੀ ਰਹਿ ਗਿਆ? Na ਰਹਿ ਗਿਆ, ਤਾਂ Cl ਰਹਿ ਗਿਆ, NaCl। ਇਹਦੀ ਨੇਚਰ ਕੀ ਹੋਏਗੀ? ਐਸਿਡਿਕ ਹੋਏਗਾ, ਬੇਸਿਕ ਨਹੀਂ, ਦੋਨੋਂ ਹੀ ਪਾਵਰਫੁਲ ਹਨ, ਤਾਂ ਕਰਕੇ ਇਹ ਸਾਨੂੰ ਇੱਕ ਨਿਊਟਰਲ ਸੌਲਟ ਦੇਗਾ। ਨਿਊਟਰਲ ਮਤਲਬ ਨਾ ਐਸਿਡਿਕ ਹੈ ਨਾ ਬੇਸਿਕ ਹੈ। ਜੇ ਅਸੀਂ ਇਹਨਾਂ ਦੀ ਸਾਰਿਆਂ ਦੀ ਸੌਲਟ ਦੀਆਂ pH ਵੈਲਿਊ ਵੇਖੀਏ ਤਾਂ ਨਿਊਟਰਲ ਸੌਲਟ ਦੀ pH कितना आना है? 7 आना है। अच्छा, ये बेसिक सॉल्ट है, यदि 7 तो ज़्यादा होएगी, 7 तो बाद बेसिक होनी शुरू हो जाती है चीज़, यदि 7 तो घट होएगी, राइट। तो इस तरह इस हिसाब नाल भी असी टेस्ट कर सकते हैं सॉल्ट नूं वो किहो जिहा हैगा। बट सानू आइडिया कित्थों लग जाता है? वो जिहड़े एसिड ते बेसिस नाल बनया होया है, असी वो ऑब्जर्व कर लेने हैं, ਉਹਦੇ ਤੋਂ ਅਸੀਂ ਵੇਖ ਲੈਣਾ ਸਟਰੋਂਗ ਹੈਗੇ ਸੀ, ਕਿਹੜਾ ਵੀਕ ਸੀਗਾ। ਜਿਹੜਾ ਸਟਰੋਂਗ ਹੋਏਗਾ ਉਹਦਾ ਅਸਰ ਰਹਿ ਜਾਂਦਾ। ਇੱਥੇ ਦੇਖੋ ਐਸਿਡ ਦਾ ਅਸਰ ਰਹਿ ਗਿਆ, ਇੱਥੇ ਇੱਕ ਸਟਰੋਂਗ ਬੇਸ ਦਾ ਅਸਰ ਰਹਿ ਗਿਆ। ਜੇ ਦੋਵੇਂ ਸ਼ਕਤੀਸ਼ਾਲੀ ਹੋਏ, ਦੋਨੋਂ ਸਟਰੋਂਗ ਹੋਏ ਐਸਿਡ ਤੇ ਬੇਸਿਸ, ਤਾਂ ਨਿਊਟਰਲ ਸਾਨੂੰ ਸੌਲਟ ਮਿਲਿਆ। ਅਸੀਂ ਸਮਝਿਆ ਬੇਸਿਕ ਸੌਲਟ ਕਿੱਦਾਂ ਬਣੇਗਾ, ਐਸਿਡਿਕ ਸੌਲਟ ਕਿੱਦਾਂ ਬਣੇਗਾ ਤੇ ਨਿਊਟਰਲ ਸੌਲਟ ਕਿੱਦਾਂ ਬਣੇਗਾ। ਹੁਣ ਅਸੀਂ ਕੁਝ ਸੌਲਟ ਦੀਆਂ ਗੱਲਾਂ ਕਰਨੀਆਂ ਨੇ, ਯਾਨੀ ਕਿ ਡਿਫਰੈਂਟ ਜਿਹੜੇ ਸਾਰੇ ਸਿਲੇਬਸ 'ਚ ਸੌਲਟ ਨੇ ਉਹਨਾਂ ਦੀਆਂ ਗੱਲਾਂ ਕਰਾਂਗੇ। ਸਭ ਤੋਂ ਪਹਿਲੇ ਅਸੀਂ ਸਟਾਰਟ ਕਰਾਂਗੇ NaCl ਤੋਂ। ਪਛਾਣਿਆ ਇਹਨੂੰ? ਸਧਾਰਨ ਨਮਕ, ਟੇਬਲ ਸੌਲਟ ਕਹਿੰਦੇ ਨੇ ਇਹਨੂੰ, ਜਾਂ ਕਾਮਨ ਸੌਲਟ ਕਹਿੰਦੇ ਨੇ। ਹੁਣ ਇੱਥੋਂ ਹੀ ਕਹਾਣੀ ਸ਼ੁਰੂ ਹੋਣੀ ਹੈ। ਜਿੱਦਾਂ ਸਾਡੀ ਕਿਚਨ 'ਚ ਜੇ ਇਹ ਲੂਣ ਨਾ ਹੋਵੇ, NaCl ਨਾ ਹੋਵੇ ਤਾਂ ਸਵਾਦ ਨਹੀਂ ਆਉਂਦਾ, ਉੱਦਾਂ ਹੀ ਇੰਡਸਟਰੀ 'ਚ ਵੀ ਸਵਾਦ ਨਹੀਂ ਆਉਣਾ। ਇਹ ਬਹੁਤ ਇੰਪੋਰਟੈਂਟ ਲੂਣ ਹੈ। ਕਿਉਂ? ਕਿਉਂਕਿ ਇਹਦੇ ਨਾਲ ਇੰਡਸਟਰੀ 'ਚ ਕਾਫੀ ਯੂਜ਼ ਹੁੰਦਾ ਹੈ, ਅਤੇ ਉਹ ਇੱਕ ਪ੍ਰੋਸੈਸ ਕਰਕੇ ਜਿਹੜੀ ਅਸੀਂ ਹੁਣ ਸਿੱਖ ਲੈਣੀ ਹੈ। ਕਿਉਂਕਿ ਜਿੱਦਾਂ ਅਸੀਂ ਕਿਚਨ 'ਚ ਯੂਜ਼ ਕਰ ਰਹੇ ਹਾਂ ਉੱਦਾਂ ਤਾਂ ਨਹੀਂ ਯੂਜ਼ ਹੁੰਦਾ ਹੋਏਗਾ ਇੰਡਸਟਰੀ 'ਚ। ਇੰਡਸਟਰੀ 'ਚ ਇਹਨੂੰ ਪਾਣੀ ਨਾਲ ਮਿਲਾਇਆ ਜਾਂਦਾ ਹੈ, ਐਕੁਅਸ ਸੋਲੂਸ਼ਨ ਆਫ NaCl ਬਣਾਇਆ ਜਾਂਦਾ ਹੈ, ਅਤੇ ਉਹਦੀ ਕੀਤੀ ਜਾਂਦੀ ਹੈ ਇਲੈਕਟ੍ਰੋਲਿਸਿਸ। ਸਟੈਪ ਬਾਈ ਸਟੈਪ ਸਮਝਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਸਮਝੀਏ ਵੀ ਇੰਡਸਟਰੀ 'ਚ ਜਿਹੜਾ ਯੂਜ਼ ਹੋਣਾ, ਉਹ ਅਸੀਂ ਇਹਦੇ ਨਾਲ NaCl ਨਾਲ ਪਾਣੀ ਮਿਲਾਉਣਾ ਹੈ, ਠੀਕ ਹੈ। ਇਹਨੂੰ ਕਹਿੰਦੇ ਨੇ ਕਲੋਰੋ ਐਲਕਲੀ ਪ੍ਰੋਸੈਸ। ਇਹਦੇ ਵਿੱਚ ਵਾਪਸ ਆਵਾਂਗੇ ਕਿਉਂ ਕਹਿੰਦੇ ਨੇ ਇਹਨੂੰ ਕਲੋਰੋ ਐਲਕਲੀ ਪ੍ਰੋਸੈਸ, ਬਟ ਤੁਸੀਂ ਸਮਝੋ NaCl ਨਾਲ ਅਸੀਂ ਪਾਣੀ ਬਣਾਇਆ। ਇਹਨੂੰ ਹੀ ਇੱਕ ਸਪੈਸ਼ਲ ਨਾਂ ਦਿੱਤਾ ਗਿਆ, ਇਹਨੂੰ ਕਹਿੰਦੇ ਨੇ ਬ੍ਰਾਈਨ, BRINE। ਇਹ ਬ੍ਰਾਈਨ ਸੋਲੂਸ਼ਨ ਹੋ ਗਿਆ। ਹੈ ਕਿਆ ਅਸਲ 'ਚ? ਐਕੁਅਸ ਸੋਲੂਸ਼ਨ, ਪਾਣੀ ਨਾਲ, ਐਕੁਆ ਮਤਲਬ ਪਾਣੀ, ਐਕੁਅਸ ਸੋਲੂਸ਼ਨ ਆਫ NaCl ਨੂੰ ਇੱਕ ਫੈਂਸੀ ਨਾਂ ਦੇਤਾ ਬ੍ਰਾਈਨ। ਕਿਉਂ ਸਪੈਸ਼ਲ ਨਾਮ ਦਿੰਦੇ ਆ ਅਸੀਂ ਚੀਜ਼ਾਂ ਨੂੰ? ਕਿਉਂਕਿ ਇਹ ਬਾਰ-ਬਾਰ ਯੂਜ਼ ਹੁੰਦੀ, ਇੰਡਸਟਰੀ 'ਚ ਬਹੁਤ ਯੂਜ਼ ਹੁੰਦਾ ਹੈ। ਤਾਂ ਤੁਸੀਂ ਕਿਸੇ ਨੂੰ ਕਹੋਗੇ ਤੁਹਾਡੇ ਕੋਲ ਬ੍ਰਾਈਨ ਸੋਲੂਸ਼ਨ ਹੈ, ਤਾਂ ਉਹ ਆਪੇ ਤੁਹਾਨੂੰ ਸਮਝ ਜਾਣਗੇ ਕਿ NaCl ਤੇ ਪਾਣੀ ਦਾ ਐਕੁਅਸ ਸੋਲੂਸ਼ਨ ਦੀ ਗੱਲ ਹੋ ਰਹੀ ਹੈ। ਹੁਣ ਇਹ ਤਾਂ ਅਸੀਂ ਘਰੇ ਵੀ ਬਣਾ ਸਕਦੇ ਨੇ, ਤਾਂ ਇਹ ਰਿਐਕਸ਼ਨ ਕਿੱਦਾਂ ਹੋ ਜਾਏਗੀ? ਇਹ ਵੇਖੋ ਇੱਥੇ ਰਾਈਟ ਹੈਂਡ ਸਾਈਡ ਤੇ ਕੀ ਹੁੰਦਾ ਪਿਆ? ਸੋਡੀਅਮ ਹਾਈਡਰੋਕਸਾਈਡ ਇੱਕ ਸਟਰੋਂਗ ਬੇਸ ਬਣਦਾ ਪਿਆ, ਹਾਈਡਰੋਜਨ ਬਣਦੀ ਪਈ ਹੈ, ਕਲੋਰੀਨ ਬਣਦੀ ਪਈ ਹੈ। ਜੇ ਅਸੀਂ ਘਰ ਕਰ ਲਈਏ ਇਹਨਾਂ ਨੂੰ ਮਿਕਸ, ਤਾਂ ਇਹ ਚੀਜ਼ ਨਹੀਂ ਹੁੰਦੀ, ਯਾਨੀ ਕਿ ਕੁਝ ਸਪੈਸ਼ਲ ਜ਼ਰੂਰ ਕਰਨਾ ਪੈਂਦਾ ਹੋਣਾ। ਸਾਨੂੰ ਰਿਐਕਸ਼ਨ ਜਿਹੜੀ ਕਰਾਣੀ ਹੈ ਉਹ ਕਿੱਦਾਂ ਹੋਏਗੀ? ਇਹ ਰਿਐਕਸ਼ਨ, ਇਹ ਚੀਜ਼ਾਂ ਕਿੱਦਾਂ ਬਣਨਗੀਆਂ? ਸਾਨੂੰ ਇਹਨਾਂ ਦੀ ਇਲੈਕਟ੍ਰੋਲਿਸਿਸ ਕਰਾਣੀ ਪੈਣੀ ਹੈ, ਯਾਨੀ ਕਿ ਸਾਨੂੰ ਇਹਨਾਂ ਵਿੱਚ ਬਿਜਲੀ ਜਿਹੜੀ ਹੈਗੀ ਹੈ ਪਾਸ ਕਰਾਣੀ ਪਏਗੀ। ਇਲੈਕਟ੍ਰੋਲਿਸਿਸ ਕਰਕੇ ਇਹ ਚੀਜ਼ ਇਹਨਾਂ 'ਚ ਟੁੱਟ ਜਾਂਦੀ ਹੈ। ਇਹਨੂੰ ਕਹਿੰਦੇ ਨੇ ਅਸੀਂ ਕਲੋਰੋ ਐਲਕਲੀ ਪ੍ਰੋਸੈਸ। ਕਲੋਰੋ ਲੱਭੋ ਇੱਥੇ, ਕਿਉਂ ਕਹਿ ਰਹੇ ਕਲੋਰੋ? ਕਲੋਰੀਨ ਕਰਕੇ, ਕਿਉਂਕਿ ਇਸ ਪ੍ਰੋਸੈਸ 'ਚ ਕਲੋਰੀਨ ਨਿਕਲਦੀ ਹੈ। ਦੂਜੀ ਚੀਜ਼ ਕੀ ਨਿਕਲਦੀ ਹੈ ਇੰਪੋਰਟੈਂਟ ਜਿਹੜੀ ਹੈਗੀ ਹੈ? ਸੋਡੀਅਮ ਹਾਈਡਰੋਕਸਾਈਡ। ਇਹ ਕੀ ਹੈਗਾ? ਬੇਸ ਹੈ, ਬੇਸ ਦਾ ਦੂਜਾ ਨਾਂ ਐਲਕਲੀ। ਤਾਂ ਕਰਕੇ ਇਸ ਪ੍ਰੋਸੈਸ ਨੂੰ ਅਸੀਂ ਕਹਿੰਦੇ ਨੇ ਕਲੋਰੋ ਐਲਕਲੀ ਪ੍ਰੋਸੈਸ ਜਾਂ ਕਲੋਰੋ ਐਲਕਲੀ ਰਿਐਕਸ਼ਨ। ਇਹ ਜਿਹੜੇ ਵੀ ਪ੍ਰੋਡਕਟ ਬਣੇ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹਨ। ਜੇ ਸਾਨੂੰ ਇਸ ਇਕੁਏਸ਼ਨ ਦੀ ਪਕੜ ਆ ਗਈ,
ਜੇ ਸਾਨੂੰ ਇਹ ਪਤਾ ਲੱਗ ਗਿਆ ਕਿ ਇਹ ਕੁਐਸਚਨ 'ਚ ਕੀ ਬਣਦਾ ਹੈ, ਹੌਲੀ ਹੌਲੀ ਜਿਹੜੇ ਵੀ ਅਸੀਂ ਲੂਣ ਹੋਣਾ ਅਸੀਂ ਡਿਸਕਸ ਕਰ ਰਹੇ ਹਾਂ, ਜਿਹੜੇ ਵੀ ਸੌਲਟਸ ਡਿਸਕਸ ਕਰ ਰਹੇ ਹਾਂ, ਉਹ ਆਪੇ ਹੀ ਸਮਝ ਆ ਜਾਣਗੇ। ਚਲੋ, ਇੱਕ ਤਾਂ ਅਸੀਂ ਟੇਬਲ ਸਾਲਟ ਦੀ ਗੱਲ ਕਰ ਲਈ, ਇੱਕ ਪ੍ਰੋਸੈਸ ਵੀ ਕਰ ਲਈ ਜਿਹਦੇ ਨਾਲ ਕੁਝ ਪ੍ਰੋਡਕਟ ਬਣੇ। ਹੁਣ ਦੇਖਦੇ ਹਾਂ ਇਹਦੇ ਨਾਲ ਅਸੀਂ ਕੀ ਹੈਲਪ ਲੈ ਸਕਦੇ ਹਾਂ, ਇਹਨਾਂ ਪ੍ਰੋਡਕਟਸ ਨਾਲ ਅਸੀਂ ਕੀ ਹੈਲਪ ਲੈ ਸਕਦੇ ਨੇ, ਬ੍ਰਾਈਨ ਸੋਲੂਸ਼ਨ ਦਾ ਇੰਡਸਟਰੀ 'ਚ ਕਿੱਦਾਂ ਯੂਜ਼ ਕਰ ਸਕਦੇ ਹਾਂ ਡਿਫਰੈਂਟ ਸੋਲੂਸ਼ਨ ਡਿਫਰੈਂਟ ਸਾਲਟਸ ਬਣਾਉਣ ਵਾਸਤੇ। ਸਭ ਤੋਂ ਪਹਿਲਾਂ ਅਸੀਂ ਜਿਹੜਾ ਲੈਣਾ ਹੈ ਉਹ ਲੈਣਾ ਹੈ ਬਲੀਚਿੰਗ ਪਾਊਡਰ। ਇਹਦਾ ਫਾਰਮੂਲਾ ਕੀ ਹੈ? CaOCl2, ਕੈਲਸ਼ੀਅਮ ਆਕਸੀਕਲੋਰਾਈਡ ਇਹਦਾ ਕੈਮੀਕਲ ਨਾਂ ਹੈ। ਜਿਹੜਾ ਕਾਮਨ ਨਾਂ ਹੈ, ਜਿਹੜੇ ਦਿਨਚਰਿਆ 'ਚ ਬੋਲਦੇ ਆ, ਉਹ ਬੋਲਦੇ ਆ ਅਸੀਂ ਬਲੀਚਿੰਗ ਪਾਊਡਰ। ਦੇਖੋ ਇਹਦੇ 'ਚ ਕੀ ਲੱਗਿਆ ਹੋਇਆ ਹੈ, ਕੈਲਸ਼ੀਅਮ, ਆਕਸੀਜਨ, ਕਲੋਰੀਨ। ਅੱਛਾ, ਅਸੀਂ ਇਸ ਤੋਂ ਪਹਿਲੇ ਇਹ ਕਿਉਂ ਸਿਖਾਇਆ ਫਿਰ? ਕਿਉਂਕਿ ਦੇਖੋ ਇੱਥੇ ਕਲੋਰੀਨ ਲੱਭ ਰਹੀ ਤੁਹਾਨੂੰ। ਯੈਸ, ਇਹੀ ਕਲੋਰੀਨ ਜਿਹੜੀ ਇਲੈਕਟ੍ਰੋਲਿਸਿਸ ਤੋਂ, ਇੱਥੇ ਇਲੈਕਟ੍ਰੋਲਿਸਿਸ ਹੈ, ਯਾਦ ਰੱਖਣਾ, ਇਲੈਕਟ੍ਰੋਲਿਸਿਸ ਨਾ ਭੁੱਲ ਜਾਣਾ, ਕਿਉਂਕਿ ਪਾਣੀ ਨਾਲ ਜਦ ਨਮਕ ਮਿਲਾ ਦਿਓ ਆਪੇ ਨਹੀਂ ਬਣ ਜਾਣੀਆਂ ਚੀਜ਼ਾਂ, ਤਾਂ ਇਹ ਚੀਜ਼ਾਂ ਨਿਕਲਦੀਆਂ ਨੇ। ਇਹ ਕਲੋਰੀਨ ਅਸੀਂ ਯੂਜ਼ ਕਰ ਸਕਦੇ ਹਾਂ ਬਲੀਚਿੰਗ ਪਾਊਡਰ ਬਣਾਉਣ ਵਾਸਤੇ। ਹੋਰ ਸਾਨੂੰ ਕੀ ਜ਼ਰੂਰਤ ਪਏਗੀ ਜੀ? ਇਹ ਜਿਹੜਾ ਪਾਰਟ ਹੈ ਕੈਲਸ਼ੀਅਮ ਆਕਸਾਈਡ ਕਿੱਥੋਂ ਆਏਗਾ? ਦੱਸ ਸਕਦੇ ਹੋ ਕਿੱਥੋਂ ਆ ਸਕਦਾ ਹੈ? ਇਹ ਆ ਜਾਣਾ ਹੈ ਕੈਲਸ਼ੀਅਮ ਹਾਈਡਰੋਕਸਾਈਡ ਤੋਂ। ਕੈਲਸ਼ੀਅਮ ਹਾਈਡਰੋਕਸਾਈਡ ਪਲਸ ਕਲੋਰੀਨ। ਇਹ ਕਲੋਰੀਨ ਕਿੱਥੋਂ ਆਈ ਬੇਟਾ? ਇੱਥੋਂ ਹੀ, ਇਹ ਇੱਥੋਂ ਫੜੀ ਕਲੋਰੀਨ। when we pass chlorine through calcium hydroxide, bleaching powder is produced plus water। bleaching powder ਦੇ ਬਹੁਤ ਯੂਜ਼ ਹਨ। ਇਹ ਵੀ ਇੱਕ ਸਾਲਟ ਹੈ, ਇੱਕ ਬੇਸਿਕ ਸਾਲਟ ਹੈ। ਹੁਣ ਵੇਖੋ ਕੈਲਸ਼ੀਅਮ ਹਾਈਡਰੋਕਸਾਈਡ ਦਾ ਵੀ ਇੱਕ ਕਾਮਨ ਨਾਂ ਹੈ, ਦੱਸ ਸਕਦੇ ਹੋ ਕੀ ਹੈ? ਇਹਨੂੰ ਕਹਿੰਦੇ ਨੇ ਡਰਾਈ ਸਲੇਕਡ ਲਾਈਮ। ਯਾਦ ਰੱਖਣਾ, ਡਰਾਈ ਸੁੱਕਾ ਹੋਇਆ ਚੂਨਾ, ਡਰਾਈ ਸਲੇਕਡ ਲਾਈਮ। क्लोरीन नाल ऐड करोगे, रिएक्शन होके बन जाएगा ब्लीचिंग पाउडर प्लस H2O। ਹੁਣ ਅਸੀਂ ਦੱਸ ਸਕਦੇ ਹਾਂ ਬਲੀਚਿੰਗ ਪਾਊਡਰ ਕਿੱਦਾਂ ਬਣਾਉਂਦੇ ਆ। ਵੀ ਪਾਸ ਕਲੋਰੀਨ ਔਨ ਕੈਲਸ਼ੀਅਮ ਹਾਈਡਰੋਕਸਾਈਡ, ਕਿਉਂਕਿ ਇਹ ਗੈਸ ਹੈ ਨਾ, ਤਾਂ ਪਾਸ यूज कर रहे हैं। रिएक्ट भी यूज कर सकते हो, वी रिएक्ट क्लोरीन विद कैल्शियम हाइड्रोक्साइड और ड्राई स्लेक्ट लाइम, देन ब्लीचिंग पाउडर इज प्रोड्यूस्ड। नाल नाल ਹੁਣ ਬਲੀਚਿੰਗ ਪਾਊਡਰ ਦੇ ਯੂਜ਼ ਵੀ ਵੇਖ ਲਈਏ, ਬਿਲਕੁਲ ਸਾਹਮਣੇ ਨਜ਼ਰ ਆ ਰਿਹਾ। ਜੇ ਫਾਰਮੂਲਾ ਯਾਦ ਹੈ ਤੇ ਤੁਹਾਨੂੰ ਯੂਜ਼ ਵੀ ਯਾਦ ਆ ਜਾਣਾ। ਇੱਥੋਂ ਫੜੋ ਜੀ ਕਲੋਰੀਨ, ਯਾਨੀ ਕਿ ਕਲੋਰੀਨੇਸ਼ਨ ਵਾਸਤੇ, ਟੂ ਫਿਲਟਰ ਦਾ ਵਾਟਰ। ਬੈਕਟੀਰੀਆ ਜਿਹੜੇ ਹੁੰਦੇ ਆ, ਜੇ ਅਸੀਂ ਕਲੋਰੀਨ ਪਾ ਦਈਏ ਉਹਦੇ ਨਾਲ ਮਰ ਜਾਂਦੇ ਨੇ, ਤਾਂ ਬੈਕਟੀਰੀਆ ਨੂੰ ਕਿਲ ਕਰਨ ਵਾਸਤੇ, ਮਾਰਨ ਵਾਸਤੇ ਅਸੀਂ ਯੂਜ਼ ਕਰਦੇ ਹਾਂ ਬਲੀਚਿੰਗ ਪਾਊਡਰ। ਕਿਉਂ? ਇਹਦੇ 'ਚ ਕਲੋਰੀਨ ਹੈਗੀ ਹੈ, ਵੇਖੋ ਸਾਹਮਣੇ ਨਜ਼ਰ ਆ ਰਹੀ ਹੈ CaOCl2। ਤਾਂ ਇਹ ਕਲੋਰੀਨ ਦਾ ਜਿਹੜਾ ਪਾਸਾ ਹੈਗਾ ਇਹਦਾ ਫਾਇਦਾ ਚੁੱਕ ਲੈਂਦੇ ਆ ਅਸੀਂ। ਬਲੀਚਿੰਗ ਪਾਊਡਰ ਵਾਟਰ 'ਚ ਐਡ ਕਰੋ। ਹੁਣ ਇਹ ਜਿਹੜੀ ਮਾਤਰਾ ਹੋਣੀ ਹੈ, ਕੁਆਂਟੀਟੀ ਕਿੰਨੀ ਪਾਣੀ ਹੈ, ਉਹ ਡਿਪੈਂਡ ਕਰੇਗਾ ਪਾਣੀ ਕਿੰਨਾ ਹੈ, ਕਿੰਨੀ ਕੁ ਗੰਦਗੀ ਹੈ, ਕਿੰਨਾ ਬੈਕਟੀਰੀਆ ਹੈ, ਕਿੰਨਾ ਪੁਰਾਣਾ ਹੈ, ਉਸ ਹਿਸਾਬ ਨਾਲ ਅਸੀਂ ਉਹ ਸਿਲੈਕਟ ਕਰਦੇ ਹਾਂ। ਦੂਜਾ ਕੀ ਨਜ਼ਰ ਆ ਰਿਹਾ ਇੱਥੇ? ਵੇਖੋ ਆਕਸੀਜਨ ਨਜ਼ਰ ਆ ਰਹੀ ਹੈ, ਯਾਨੀ ਕਿ ਬਲੀਚਿੰਗ ਪਾਊਡਰ ਹੈ ਇੱਕ ਆਕਸੀਡਾਈਜ਼ਿੰਗ ਏਜੰਟ ਦੀ ਤਰ੍ਹਾਂ ਕੰਮ ਕਰਦਾ ਹੈ, ਯਾਨੀ ਕਿ ਇਹ ਆਕਸੀਜਨ ਦੇ ਸਕਦਾ ਹੈ। ਤੁਹਾਨੂੰ ਪਤਾ ਹੈ ਆਕਸੀਡੇਸ਼ਨ ਕਦੋਂ ਹੁੰਦੀ ਹੈ? ਜਦੋਂ ਕਿਸੇ ਨੂੰ ਆਕਸੀਜਨ ਮਿਲ ਜਾਵੇ ਤਾਂ ਬਲੀਚਿੰਗ ਪਾਊਡਰ ਆਕਸੀਜਨ ਦੇ ਸਕਦਾ ਹੈ। ਤਾਂ ਇਹ ਕੀ ਕੰਮ ਕਰ ਰਿਹਾ ਹੈ? ਇੱਕ ਏਜੰਟ ਦਾ ਕੰਮ ਕਰ ਰਿਹਾ। ਵੀ ਲਓ ਮੇਰੇ ਕੋਲ ਲੈ ਲਓ ਤੁਸੀਂ ਆਕਸੀਜਨ, ਤਾਂ ਕਰਕੇ ਇਹਨੂੰ ਆਕਸੀਡਾਈਜ਼ਿੰਗ ਏਜੰਟ ਬੋਲਦੇ ਆ। ਇਹ ਕਿਸੇ ਹੋਰ ਚੀਜ਼ ਨੂੰ ਆਕਸੀਡਾਈਜ਼ ਕਰ ਸਕਦਾ ਹੈ। ਹੁਣ ਇੱਕ ਹੋਰ ਚੀਜ਼ ਕਰੀਏ, ਸਰ ਕਾਮਨ ਨਾਮ ਬਲੀਚਿੰਗ ਕਿਉਂ ਕਿਹਾ? ਬਲੀਚਿੰਗ ਦਾ ਮਤਲਬ ਕੀ ਹੈ? ਕਲਰ ਨੂੰ ਖਤਮ ਕਰ ਦੇਣਾ, ਯਾਨੀ ਕਿ ਟੈਕਸਟਾਈਲ ਇੰਡਸਟਰੀ 'ਚ ਜੀਨਸ ਫੇਡਡ ਕਰਨ ਵਾਸਤੇ ਤੁਹਾਨੂੰ, ਜੇ ਤੁਸੀਂ ਕਲਰ ਹੀ ਚੇਂਜ ਕਰਨਾ, ਕਈ ਵਾਰੀ ਕੀ ਹੁੰਦਾ ਹੈ ਕੱਪੜਿਆਂ ਤੇ ਬਹੁਤ ਦਾਗ ਹੋ ਜਾਂਦੇ ਨੇ, ਉਹ ਜਾਂਦੇ ਨਹੀਂ ਪਏ, ਤੇ ਅਸੀਂ ਕਹਿੰਦੇ ਇਹਨੂੰ ਬਲੀਚਿੰਗ ਵਾਸਤੇ ਦੇ ਦਿਓ। ਉਹ ਕੀ ਕਰਦੇ ਆ? ਬਲੀਚਿੰਗ ਪਾਊਡਰ ਪਾਉਂਦੇ ਆ। ਇਹ ਯੂਜ਼ ਕੀ ਕਰਦਾ ਹੈ? ਇਹ ਕਲਰ ਨੂੰ ਹਟਾ ਦਿੰਦਾ ਹੈ, ਟੂ ਰਿਮੂਵ ਕਲਰ। ਕਿੱਥੇ ਕਿੱਥੇ ਕਲਰ ਰਿਮੂਵ ਕਰਨਾ ਹੋਏਗਾ? ਦੇਖੋ ਜੀ, ਸਾਡੀ ਟੈਕਸਟਾਈਲ ਇੰਡਸਟਰੀ, ਯਾਨੀ ਕਿ ਕਪੜਾ ਉਦਯੋਗ, ਉੱਥੇ ਯੂਜ਼ ਹੋਏਗਾ। ਹੋਰ ਪੇਪਰ ਇੰਡਸਟਰੀ, ਕਿਉਂ? ਆਪਣੇ ਪੇਪਰ ਦੇ ਕਲਰ ਵੇਖੋ ਤੇ ਲੱਕੜੀ ਦਾ ਕਲਰ ਵੇਖੋ, ਤਾਂ ਫਿਰ ਪੇੜਾਂ ਦਾ ਕਲਰ ਤਾਂ ਬਰਾਊਨ ਜਿਹਾ ਹੁੰਦਾ, ਤੁਹਾਨੂੰ ਕਿੱਦਾਂ ਵਾਈਟ ਕਲਰ ਮਿਲ ਰਿਹਾ? ਪਹਿਲੇ ਉਹਦੀ ਬਲੀਚਿੰਗ ਹੁੰਦੀ ਹੈ, ਯਾਨੀ ਕਿ ਉਹਦਾ ਕਲਰ ਰਿਮੂਵ ਕੀਤਾ ਜਾਂਦਾ ਹੈ, ਤਾਂ ਕਰਕੇ ਫਿਰ ਉਹ ਪੇਪਰ ਤੁਹਾਨੂੰ ਦਿੱਤਾ ਜਾਂਦਾ ਹੈ ਡਿਫਰੈਂਟ ਕਲਰਸ 'ਚ। ਯਾਨੀ ਕਿ ਕਿਸੇ ਦਾ ਕਲਰ ਹਟਾਉਣਾ ਹੋਵੇ, ਮੇਨ ਕੀ ਚੀਜ਼ ਬਲੀਚਿੰਗ ਦਾ ਮਤਲਬ ਰਿਮੂਵ ਕਲਰ, ਕਲਰਿੰਗ ਰਿਮੂਵ ਕਰਨੀ ਹੋਏ ਤਾਂ ਅਸੀਂ ਬਲੀਚਿੰਗ ਪਾਊਡਰ ਦਾ ਯੂਜ਼ ਕਰਦੇ ਹਾਂ। ਚਲੋ
ਹੁਣ ਅਸੀਂ ਚੱਲਾਂਗੇ ਸਾਡੇ ਦੂਜੇ ਸਾਲਟ ਵੱਲ, ਜਿਹੜਾ ਹੈਗਾ ਬੇਕਿੰਗ ਸੋਡਾ, यानी कि किचन च यूज होता है बेकिंग सोडा। फॉर्मूला देख लो, सोडियम है, हाइड्रोजन है ते कार्बोनेट है। इनू की कहेंगे सोडियम हाइड्रोजन कार्बोनेट। याद रखना बेकिंग सोडा का फार्मूला सोडियम हाइड्रोजन कार्बोनेट। हुण ये किद्दां बन गया सर एकदम, टेंशन नहीं लैनी। जिहड़ी असीं पहली इक्वेशन कीती सीगी ਉਹੀ यूज होएगी, ਕਿਹੜੀ क्लोर एल्कली या क्लोरो एल्कली प्रोसैस। क्लोरीन असी यूज कर ली सीगी बनाने वास्ते कैल्शियम ऑक्सीक्लोराइड, या की किया सी उन्होंने ब्लीचिंग पाउडर। हुण असी बेकिंग सोडा बनाना है, इस पासा यूज हो गया राइट हैंड साइड। हुण आ जाओ जी बेकिंग सोडा वास्ते इत्थे ब्राइन कोल NaCl प्लस H2O। हुण देखो जे इहदे कोलों ये चीज़ बनानी होए इन्हां दोनों चीज़ों तो लैफ्ट हैंड साइड ध्यान दिओ NaCl ते H2O, तो Na ते मिल गया, इत्थे Na चाहिए ना, इहदे कोल लांगे, ठीक है। H भी आ गया, H2O तो आ जाना है। कार्बोनेट कित्थों आएगा, तो यानी कि सिर्फ दो चीज़ां नहीं चाहिए, ये यूज़ कर लो ये चीज़ां, बट दो चीज़ां सानू होर ऐड करनियां पैणियां। किहड़ियां किहड़ियां? कार्बोनेट वास्ते असी यूज़ कर सकते हैं कार्बन डाइऑक्साइड का। कार्बन डाइऑक्साइड उत्थों ले सकते हैं असी, कार्बोनेट बन जाएगा। तो चौथी चीज़ है अमोनीया। याद रखना, अमोनीया याद नहीं रहता होंदा, तो याद रखना चार चीज़ां नाल बेकिंग सोडा बनना है। सोडियम क्लोराइड तो मिल गया जी, सोडियम देखो इत्थे फार्मूले च H मिल गया, H2O तो कार्बन डाइऑक्साइड तो मिल गया कार्बोनेट। असी देखिए फार्मूले च साडे एक ब्राइन च दसीगा नहीं, तो असी आपे ऐड कर लिया कार्बन डाइऑक्साइड। तो चौथा जिहड़ा हैगा वो अमोनीया हैगा। ਇਹਦਾ ਕੰਮ ਕੀ ਰਹੇਗਾ, ਕਲੋਰੀਨ ਨੂੰ ਪਾਸੇ ਲੈ ਜਾਣਾ। ਦੇਖੋ ਸੋਡੀਅਮ ਯੂਜ਼ ਕਰਨੀ ਨਾ, ਤਾਂ ਕਲੋਰੀਨ ਕਿੱਥੇ ਜਾਏਗਾ, ਇਹ ਇਹਦੇ ਅਮੋਨੀਆ ਦੇ ਨਾਲ ਬਣ ਕੇ ਰਿਐਕਸ਼ਨ ਦੇ ਦੇਗਾ। ਯਾਨੀ ਕਿ ਇਹ ਚਾਰ ਜੇ ਅਸੀਂ ਐਡ ਕਰ ਲਈਏ ਸਾਡੇ ਕੋਲ ਮਿਲੇਗਾ ਬੇਕਿੰਗ ਸੋਡਾ ਪਲੱਸ ਇੱਕ ਸਾਲਟ ਬਣ ਜਾਏਗਾ ਕਿਹੜਾ, ਇਹ ਦੇਖੋ ਅਮੋਨੀਆ ਲੱਗ ਗਿਆ ਇੱਥੇ ਕਲੋਰੀਨ ਦੇ ਨਾਲ, ਕਲੋਰੀਨ ਨੂੰ ਇਹਨੇ ਹੈਂਡਲ ਕਰ ਲਿਆ। ਇਸ ਹਿਸਾਬ ਨਾਲ ਅਸੀਂ ਸਮਝ ਸਕਦੇ ਹਾਂ। ਹੁਣ ਅਸੀਂ ਨੈਕਸਟ ਸਾਲਟ ਕੋਲ ਚਲੀਏ ਜਿਹੜਾ ਹੁੰਦਾ ਬੇਕਿੰਗ ਪਾਊਡਰ। ਕਿ ਸਰ ਬੇਕਿੰਗ ਸੋਡਾ ਤਾਂ ਕਰ ਲਿਆ, ਬੇਕਿੰਗ ਪਾਊਡਰ ਕੀ ਆ ਗਿਆ, ਯਾਨੀ ਕਿ ਕੁਝ ਮਿਕਸ ਹੁੰਦਾ ਹੋਏਗਾ। ਦੇਖੋ ਬੇਕਿੰਗ ਸੋਡਾ ਜੇ ਅਸੀਂ ਡਾਇਰੈਕਟ ਯੂਜ਼ ਕਰਦੇ ਹਾਂ ਕਈ ਵਾਰੀ ਖਾਣੇ ਵਿੱਚ ਆ ਜਾਂਦਾ ਹੈ ਕੜਵਾਪਨ। ਕਿਉਂ? ਕਿਉਂਕਿ ਇਹ ਜਿਹੜਾ ਸਾਲਟ ਹੈ ਇਹ ਇੱਕ ਵੀਕ ਬੇਸ ਹੈ। ਬੇਸ ਦਾ ਸਵਾਦ ਕੀ ਹੁੰਦਾ ਹੈ, ਕੌੜਾ ਹੁੰਦਾ ਹੈ, ਸਾਰ ਹੁੰਦਾ ਹੈ, ਤਾਂ ਕਰਕੇ ਖਾਣੇ 'ਚ ਥੋੜ੍ਹਾ ਜਿਹਾ ਕੜਵਾਪਨ ਆ ਜਾਣਾ। ਤਾਂ ਅਸੀਂ ਕੀ ਕਰਦੇ ਹਾਂ, ਇਹਦੇ ਨਾਲ ਥੋੜ੍ਹਾ ਜਿਹਾ ਮਿਕਸ ਕਰ ਦਿੰਦੇ ਹਾਂ ਕੋਈ ਵੀ ਮਾਈਲਡ ਐਸਿਡ। ਮਾਈਲਡ ਮਤਲਬ ਜਿਹੜਾ ਘੱਟ ਐਸਿਡਿਕ ਹੋਵੇ। ਕਿਉਂਕਿ ਮਾਈਲਡ ਹੀ ਕਿਉਂ ਚਾਹੀਦਾ, ਕਿਉਂਕਿ ਇਹ ਇੱਕ ਕਮਜ਼ੋਰ ਇੱਕ ਬੇਸ ਹੈ। ਐਸਿਡ ਨਾਲ ਬੇਸ ਨਾਲ ਮਿਲਾਵਾਂਗੇ ਤਾਂ ਨਿਊਟਰਲਾਈਜੇਸ਼ਨ ਹੋ ਜਾਏਗੀ, ਉਹ ਕੌੜਾਪਨ ਖਤਮ ਹੋ ਜਾਏਗਾ। ਜ਼ਿਆਦਾਤਰ ਜਿਹੜਾ ਅਸੀਂ ਐਸਿਡ ਯੂਜ਼ ਕਰਦੇ ਹਾਂ ਉਹ ਹੁੰਦਾ ਹੈ ਐਗਜ਼ਾਮਪਲ ਦੇ ਤੌਰ ਤੇ ਟਾਰਟੈਰਿਕ ਐਸਿਡ। ਹੁਣ ਇਹ ਜਿਹੜਾ ਸਾਡਾ ਮਿਕਸਚਰ ਬਣ ਗਿਆ ਕਿਹੜੀ ਚੀਜ਼ ਦਾ, ਬੇਕਿੰਗ ਸੋਡਾ ਨੂੰ ਅਸੀਂ ਮਿਕਸ ਕੀਤਾ ਇੱਕ ਵੀਕ ਜਾਂ ਮਾਈਲਡ ਐਸਿਡ ਨਾਲ, ਐਗਜ਼ਾਮਪਲ ਦੇ ਤੌਰ ਤੇ ਟਾਰਟੈਰਿਕ ਐਸਿਡ। ਇਹਨੂੰ ਇਸ ਮਿਕਸਚਰ ਨੂੰ ਯਾਦ ਰੱਖਣਾ, ਇਸ ਮਿਕਸਚਰ ਨੂੰ, ਇਸ ਪਾਊਡਰ ਨੂੰ ਜਿਹੜਾ ਅਸੀਂ ਤਿਆਰ ਕੀਤਾ ਹੁਣ ਇਹਨੂੰ ਅਸੀਂ ਕਵਾਂਗੇ ਬੇਕਿੰਗ ਪਾਊਡਰ। ਤਾਂ ਪਹਿਲੀ ਜਿਹੜੀ ਇਹਦੀ ਸਾਨੂੰ ਚੀਜ਼ ਯਾਦ ਹੋ ਗਈ ਕਿ ਜੀ ਪਹਿਲਾ ਅਗਰ ਯੂਜ਼ ਦੇਖਿਆ ਜਾਏ ਬੇਕਿੰਗ ਸੋਡਾ ਦਾ ਤਾਂ ਕੀ ਹੈਗਾ ਸਰ, ਇਹਦੇ ਨਾਲ ਅਸੀਂ ਕੀ ਬਣਾ ਸਕਦੇ ਹਾਂ, ਬੇਕਿੰਗ ਪਾਊਡਰ ਬਣਾ ਸਕਦੇ ਹਾਂ। ਸਿਰਫ ਇਹ ਮਾੜਾ ਜਿਹਾ ਐਸਿਡ ਹੀ ਤਾਂ ਪਾਣਾ ਹੈ ਤਾਂ ਬੇਕਿੰਗ ਪਾਊਡਰ ਬਣ ਜਾਏਗਾ। ਇਹ ਦੁਕਾਨ ਤੋਂ ਮਿਲਦੇ ਨੇ, ਮਿੱਠਾ ਸੋਡਾ ਤਾਂ ਜ਼ਿਆਦਾਤਰ ਘਰੇ ਹੁੰਦਾ ਸਾਡੇ, ਤਾਂ ਬੇਕਿੰਗ ਪਾਊਡਰ ਸਾਨੂੰ ਮਿਲ ਜਾਏਗਾ। ਇਹਨੂੰ ਯੂਜ਼ ਕਰੋ, ਇਹ ਬੇਸਿਕ ਜਾਂ ਕੌੜਾ ਨਹੀਂ ਹੋਏਗਾ, ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਆਰਾਮ ਨਾਲ ਇਹਨੂੰ ਯੂਜ਼ ਕਰ ਸਕਦੇ ਹੋ। ਹੋਰ ਕੋਈ ਯੂਜ਼ ਇਸ ਚੀਜ਼ ਦਾ ਦੇਖੋ, ਬੇਕਿੰਗ ਸੋਡਾ ਦੇ ਹੋਰ ਕਿਹੜੇ ਕਿਹੜੇ ਯੂਜ਼ ਨੇ। ਇੱਕ ਤਾਂ ਇਹ ਐਂਟੀ ਐਸਿਡ ਦੇ ਹਿਸਾਬ ਨਾਲ ਕੰਮ ਕਰਦਾ ਹੈ, ਮਤਲਬ ਐਸਿਡਿਟੀ ਹੋ ਜਾਵੇ। ਜਿਹੜਾ ਸਭ ਤੋਂ ਪਹਿਲੇ ਕੁਐਸਚਨ ਦਿੱਤਾ ਸੀ ਸਾਨੂੰ ਕਿਤਾਬ 'ਚ ਕਿਹੜਾ ਜੀ, ਜੇ ਤੁਹਾਡੇ ਐਸਿਡਿਟੀ ਹੋ ਗਈ ਤੇ ਘਰ 'ਚ ਕਿਹੜੀ ਚੀਜ਼ ਖਾਓਗੇ, ਨਿੰਬੂ ਲਓਗੇ, ਸਿਰਕਾ ਲਓਗੇ ਜਾਂ ਮਿੱਠਾ ਸੋਡਾ। ਮਿੱਠਾ ਸੋਡਾ ਕਿਹੜਾ ਹੁੰਦਾ ਹੈ, ਬੇਕਿੰਗ ਸੋਡਾ। ਬੇਕਿੰਗ ਸੋਡਾ ਲਓਗੇ, ਉਹ ਬੇਸ ਹੈ, ਉਹ ਤੁਹਾਡੀ ਐਸਿਡ ਨੂੰ ਅਟੈਕ ਕਰੇਗਾ, ਨਿਊਟਰਲਾਈਜ਼ ਕਰ ਦੇਗਾ, ਤੁਹਾਨੂੰ ਆਰਾਮ ਪਹੁੰਚ ਜਾਏਗਾ। ਤੇ ਜਿਹੜਾ ਪਹਿਲੀ ਕੁਐਸਚਨ ਪੁੱਛਿਆ ਸੀ ਸਾਨੂੰ ਬੁੱਕ 'ਚ ਜਦੋਂ ਇਹ ਚੈਪਟਰ ਸਟਾਰਟ ਹੋਇਆ ਸੀ, ਤੁਸੀਂ ਯਾਦ ਕਰੋ, ਉਸੇ ਕੁਐਸਚਨ ਦਾ ਆਨਸਰ ਇੱਥੇ ਮਿਲ ਰਿਹਾ ਹੈ।
ਯੈਸ, ਅਸੀਂ ਬੇਕਿੰਗ ਸੋਡਾ ਯੂਜ਼ ਕਰਾਂਗੇ। ਕਿਉਂ ਕਰ ਰਹੇ ਹਾਂ? ਕਿਉਂਕਿ ਇੱਕ ਇਹ ਬੇਸ ਹੈ, ਇਹਨੇ ਐਸਿਡਿਟੀ ਨੂੰ ਖਤਮ ਕਰ ਦੇਣਾ ਹੈ, ਜਾਂ ਕਹਿ ਸਕਦੇ ਹੋ ਨਿਊਟਰਲਾਈਜ਼ ਕਰ ਦੇਣਾ ਹੈ। ਤਾਂ ਇਹ ਐਂਟੀ ਐਸਿਡ ਵੀ ਯੂਜ਼ ਹੁੰਦਾ ਹੈ, ਬੇਕਿੰਗ ਪਾਊਡਰ ਬਣਾਉਣ 'ਚ ਵੀ ਯੂਜ਼ ਹੁੰਦਾ ਹੈ। ਤੀਜੀ ਚੀਜ਼ ਤੁਸੀਂ ਆਪੇ ਦੱਸ ਦੋਗੇ, ਬਹੁਤ ਹੀ ਔਖੀ ਹੈ। ਅਰੇ ਬੇਕਿੰਗ ਵਾਸਤੇ, ਬੇਕਿੰਗ ਮਤਲਬ ਕੀ ਹੈ? ਕਿਸੇ ਚੀਜ਼ ਨੂੰ ਜਦੋਂ ਅਸੀਂ ਸਪੌਂਜੀ ਬਣਾਉਣਾ ਹੋਵੇ ਜਾਂ ਫਲਫੀਨੈਸ ਲੈਣੀ ਹੋਵੇ, ਜਿਵੇਂ ਕਹਿੰਦੇ ਨੇ ਪੂੜੀਆਂ ਫੁੱਲਦੀਆਂ ਨਹੀਂ ਪਈਆਂ ਚੰਗੀਆਂ, ਹੈ ਨਾ, ਕੇਕ ਵਧੀਆ ਫੁੱਲਿਆ ਉੱਲਿਆ ਕੇਕ ਨਹੀਂ ਬਣਦਾ ਪਿਆ। ਜੇ ਬਣਾਉਣਾ ਹੋਏ ਤਾਂ ਕੀ ਕਰਦੇ ਆ? ਬੇਕਿੰਗ ਪਾਊਡਰ ਜਾਂ ਬੇਕਿੰਗ ਸੋਡਾ ਉਹਦੇ 'ਚ ਪਾ ਦਿਓ। ਕੀ ਫਾਇਦਾ ਹੋਏਗਾ? ਕਿਉਂਕਿ ਜਿਹੜਾ ਇਹਦਾ ਮੇਨ ਰਿਐਕਸ਼ਨ ਹੈ, ਜਿਹੜਾ ਜਦੋਂ ਇਹ ਕੰਮ ਕਰਦਾ, ਇਹ ਤਾਂ ਤਿਆਰ ਕੀਤਾ ਨਾ, ਇਹਨੂੰ ਹੁਣ ਖਾਣੇ 'ਚ ਮਿਲਾ ਦਿੱਤਾ। ਹੁਣ ਅਸੀਂ ਖਾਣਾ ਗਰਮ ਕਰਦੇ ਹਾਂ ਤਾਂ ਕੀ ਹੋਏਗਾ? ਇਹ ਜਿਹੜਾ ਸੋਡੀਅਮ ਹਾਈਡਰੋਜਨ ਕਾਰਬੋਨੇਟ ਹੈ, ਹੀਟਿੰਗ ਦੇ ਨਾਲ ਚੇਂਜ ਹੋ ਜਾਂਦਾ ਹੈ Na2CO3 ਚ ਪਲੱਸ ਕਾਰਬਨ ਡਾਈਆਕਸਾਈਡ ਪਲੱਸ H2। ਪਾਣੀ ਕਿਸ ਕੰਮ ਦੀ? ਇਹਦਾ ਵੀ ਕੋਈ ਕੰਮ ਨਹੀਂ ਹੈ ਇਸ ਟਾਈਮ ਸਾਨੂੰ ਖਾਣੇ ਬਣਾਉਣ 'ਚ। ਇਹਦਾ ਫਾਇਦਾ ਚੁੱਕਦੇ ਹਾਂ ਅਸੀਂ ਕਾਰਬਨ ਡਾਈਆਕਸਾਈਡ ਦਾ। ਕਾਰਬਨ ਡਾਈਆਕਸਾਈਡ ਨਾਲ ਕੀ ਹੋਏਗਾ? ਫਲਫੀਨੈਸ ਆ ਜਾਏਗੀ। ਹੁਣ ਅਸੀਂ ਸਪੋਜ਼ ਕਰ ਲਓ ਇੱਕ ਕੇਕ ਹੈ, ਉਹ ਬਣਾਉਣਾ ਸੀ, ਉਹਦੇ ਵਿੱਚ ਅਸੀਂ ਬੇਕਿੰਗ ਸੋਡਾ ਪਾਤਾ। ਜਦੋਂ ਉਹਨੂੰ ਟੈਂਪਰੇਚਰ ਦਿੱਤਾ ਤਾਂ ਉਹਦੇ ਵਿੱਚ ਹੁਣ ਮੇਨਲੀ ਕੀ ਨਿਕਲ ਰਿਹਾ ਹੈ? ਕਾਰਬਨ ਡਾਈਆਕਸਾਈਡ ਦੀ ਗੈਸ ਨਿਕਲ ਰਹੀ ਹੈ। ਉਹਨੇ ਬਾਹਰ ਨੂੰ ਆਉਣ ਦੀ ਕੋਸ਼ਿਸ਼ ਕਰਨੀ ਹੈ। ਇੱਕ ਕੇਕ ਦਾ ਕੱਪ ਸਮਝੋ, ਤੇ ਜਦੋਂ ਬਾਹਰ ਆਉਣ ਦੀ ਕੋਸ਼ਿਸ਼ ਕਰਨੀ ਹੈ ਤਾਂ ਇਹਨੂੰ ਇੱਕ ਤਰ੍ਹਾਂ ਨਾਲ ਛੇਦ ਕਰੀ ਜਾਣੇ ਇਹਦੇ 'ਚ, ਯਾਨੀ ਕਿ ਫਲਫੀਨੈਸ ਲਿਆਈ ਜਾਣੀ। ਇੱਦਾਂ ਲੱਗਣਾ ਇਹ ਫੁੱਲ ਰਿਹਾ ਹੈ, ਉਹ ਸਾਨੂੰ ਫੁੱਲਦਾ ਨਜ਼ਰ ਆਉਣਾ ਹੈ। ਜਦੋਂ ਹੁੰਦਾ ਕੀ ਪਿਆ? ਕਾਰਬਨ ਡਾਈਆਕਸਾਈਡ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ, ਬਟ ਉਸ ਪ੍ਰੋਸੈਸ ਦਾ ਅਸੀਂ ਫਾਇਦਾ ਚੁੱਕ ਲਿਆ। ਤਾਂ ਕਰਕੇ ਅਸੀਂ ਬੇਕਿੰਗ ਸੋਡਾ ਯੂਜ਼ ਕਰਦੇ ਹਾਂ।